काल करार कलु मद भाव पखंड करै बिख प्रीत कटोरा। बेखै पंचन राचत बंचन प्रेम सुरंचन कंचन छोरा। बोलत तंचन तोरत मंचन दौलत संचन में मन जोरा। राम मरगिंद गुरु कृपा हम ऐसे थे नीच मिले सुख धोरा। ਧੋਰਾ ਦਾ ਅਰਥ ਹੁੰਦਾ ਹੈ ਵੱਡਾ, ਮਹਾਨ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਲਿਖਦੇ ਨੇ, ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਸੀਂ ਤਾਂ ਇਸ ਤਰ੍ਹਾਂ ਦੇ ਨੀਚ ਸਾਂ, ਸਾਨੂੰ ਆਪ ਜੀ ਦਾ ਸੁੱਖ ਮਿਲ ਗਿਆ। ਆਪ ਜੀ ਨੇ ਮਹਾਨ ਸੁੱਖ ਸਾਨੂੰ ਦੇ ਦਿੱਤੇ। ਕਿਸ ਤਰ੍ਹਾਂ ਦੇ? ਕਹਿੰਦੇ ਨੇ ਵੇਖੈ ਪੰਚਨ ਰਾਚਤ ਬੰਚਨ ਪ੍ਰੇਮ ਸੁਰੰਚਨ ਕੰਚਨ ਛੋਰਾ। ਵੇਖਣ ਨੂੰ ਅਸੀਂ ਬੜੇ ਮੋਹਤਬਾਰ ਬੰਦੇ ਲੱਗਦੇ ਹਾਂ। ਸਾਡਾ ਭੇਖ ਜਿਹੜਾ ਹੈ, ਸਾਡਾ ਲਿਬਾਸ ਜਿਹੜਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸਾਡੀ ਪਰਸਨੈਲਿਟੀ ਜਿਹੜੀ ਹੈ ਉਹ ਬੜੀ ਅਸੀਂ ਅਪਡੇਟ ਕੀਤੀ ਹੋਈ ਹੈ, ਬੜੀ ਚੰਗੀ ਲੱਗਦੀ ਹੈ। ਵੇਖਣ ਨੂੰ ਲੋਕ ਸਾਨੂੰ ਦਾਨੇ ਪੁਰਸ਼ ਆਖਦੇ ਨੇ, ਪਰ ਰਾਚਤ ਬੰਚਨ ਅੰਦਰ ਸਾਡੇ ਜਿਹੜਾ ਹੈ ਉਹ ਠੱਗ ਬੈਠਾ ਹੈ। ਪ੍ਰੇਮ ਸੁਰੰਚਨ ਕੰਚਨ ਛੋਰਾ, ਸਾਡਾ ਧਿਆਨ ਜਿਹੜਾ ਹੈ ਉਹ ਆਪਣੇ ਉਸ ਦੌਲਤ ਨੂੰ ਜੋੜਨ ਵਾਸਤੇ ਆਪਣੇ ਧੀਆਂ ਪੁੱਤਰਾਂ ਦੀਆਂ ਦੌਲਤਾਂ ਵਧਾਉਣ ਵੱਲ ਹੈ। ਅਤੇ ਕਹਿੰਦੇ ਨੇ ਬੋਲਤ ਟੰਚਨ, ਸਾਡੇ ਬੋਲ ਵੀ ਜਿਹੜੇ ਨੇ ਬੜੇ ਚੰਗੇ ਨੇ, ਗੱਲਾਂ ਵੀ ਅਸੀਂ ਬੜੀਆਂ ਚੰਗੀਆਂ ਕਰ ਲੈਂਦੇ ਹਾਂ। ਤੋੜਤ ਮੰਚਨ, ਸਾਰਾ ਦਿਨ ਬੈਠੇ ਗੱਲਾਂ ਕਰਦੇ ਰਹਿੰਦੇ ਹਾਂ, ਕਿਉਂਕਿ ਉਸ ਸਮੇਂ ਬਹੁਤਾ ਜਿਹੜਾ ਇਹ ਸਮਾਂ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਬਚਨ ਕਰਦੇ ਨੇ। ਉਹਨਾਂ ਦਾ ਬਚਨ ਸੀ ਕਿ ਮੈਂ ਹੁੱਕੇ ਵਾਲਾ ਨਹੀਂ ਰਹਿਣ ਦੇਣਾ। ਬਹੁਤ ਸਾਰੇ ਪੰਜਾਬੀ ਲੋਕ ਜਿਹੜੇ ਸਨ ਉਹ ਹੁੱਕਾ ਪੀਂਦੇ ਸਨ। ਆਹ ਇਲਾਕੇ 'ਤੇ ਸਾਰੇ ਲਗਭਗ ਜਿਹੜੇ ਲੋਕ ਸਨ ਉਹ ਹੁੱਕਾ ਪੀਂਦੇ ਸਨ। ਉਹਨਾਂ ਲੋਕਾਂ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁੱਕੇ ਛਡਵਾਏ। ਸਾਰਾ ਦਿਨ ਬੈਠੇ ਰਹਿਣਾ, ਹੁੱਕੇ ਜਿਹੜੇ ਸਨ ਉਹ ਭਰ ਲੈਣੇ, ਉਹਨਾਂ ਦੀਆਂ ਨਾਲੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚੋਂ ਉਹ ਧੂੰਆਂ ਜਿਹੜਾ ਹੈ ਉਹ ਖਿੱਚਦੇ ਰਹਿਣਾ। ਇਹ ਕਰਮ ਸੀ। ਤੋੜਤ ਮੰਚਨ ਬੋਲਤ ਟੰਚਨ, ਅਤੇ ਗੱਲਾਂ ਕਰਦੇ ਰਹਿਣਾ। ਤਾਂ ਦੌਲਤ ਸੰਚਨ ਮੇ ਮਨ ਜੋਰਾ। ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਰਾਮ ਮਰਗਿੰਦ ਗੁਰੂ ਕਿਰਪਾ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰ ਦਿੱਤੀ, ਸਾਨੂੰ ਇਸ ਜੀਵਨ ਦੇ ਵਿੱਚੋਂ ਕੱਢ ਦਿੱਤਾ। ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਲੜੀ ਦੇ ਵਿੱਚ ਆਪ ਜੀ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਹੈ ਕਿ ਸਤਿਗੁਰੂ ਜੀ ਮੁਠੱਡੀ ਦਰਸ਼ਨ ਦੇ ਕੇ ਵਾਪਸ ਸ੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਸਤਿਗੁਰੂ ਜੀ ਇੱਕ ਵਾਰੀ ਫੇਰ ਮੁਠੱਡੇ ਜਾਂਦੇ ਨੇ। ਮੁਠੱਡੇ ਸਤਿਗੁਰੂ ਜੀ ਦਾ ਬਹੁਤ ਸਾਰੇ ਇੱਥੇ ਇਤਿਹਾਸ ਕਹਿੰਦਾ ਕਿ ਬਹੁਤ ਸਾਰੇ ਦੌਰੇ ਨੇ, ਇੱਕ ਤੋਂ ਬਾਅਦ ਦੂਸਰਾ। ਜਿਹੜੇ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਵਜ਼ੀਰੇ ਲੋਹਾਰ ਨੂੰ ਜਿਹੜਾ ਸੀ ਉਹ ਨਾਮ ਦੇ ਆਏ ਸੀ, ਉਸ ਤੋਂ ਬਾਅਦ ਉਹਨੇ ਪਿੰਡ ਦੇ ਵਿੱਚ ਰੌਲਾ ਪਾਇਆ, ਭਾਈ ਜਿਹੜਾ ਨਾਮ ਮੈਂ ਲੈ ਲਿਆ ਮੇਰਾ ਮਨ ਨੂੰ ਸ਼ਾਂਤੀ ਆ ਗਈ ਹੈ, ਤਪਤ ਕੜਾਹਾ ਬੁੱਝ ਗਿਆ ਮੇਰੇ ਹਿਰਦੇ ਦਾ, ਇਸ ਕਰਕੇ ਉਹ ਫਿਰ ਆਉਣਗੇ, ਤੁਸੀਂ ਨਾਮ ਲੈਣਾ। ਜਦੋਂ ਸਤਿਗੁਰੂ ਜੀ ਜਾਂਦੇ ਨੇ ਉੱਥੇ ਅੰਮ੍ਰਿਤ ਤਿਆਰ ਹੁੰਦਾ, ਬਹੁਤ ਸਾਰੇ ਸਿੱਖ ਜਿਹੜੇ ਨੇ ਅੰਮ੍ਰਿਤ ਛਕਦੇ ਨੇ, ਨਾਮ ਲੈਂਦੇ ਨੇ। 1860 ਦਾ ਸਾਲ ਚੜ੍ਹਦਾ। ਇਹ ਸਾਲ ਜਿਹੜਾ ਹੈ, ਇਸ ਸਾਲ ਵਰਖਾ ਨਾ ਹੋਣ ਕਰਕੇ ਪਿਛਲੇ ਸਾਲ ਤਾਂ ਇਸ ਇਲਾਕੇ ਦੇ ਵਿੱਚ ਅਕਾਲ ਪੈ ਜਾਂਦਾ। ਬਹੁਤ ਸਾਰੇ ਸੱਜਣ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਵੀ ਨੇ ਕਿ ਦਾਣੇ ਤਾਂ ਬਹੁਤ ਘੱਟ ਹੁੰਦੇ ਸਨ। ਜੇ ਇੱਕ ਸਾਲ ਇੱਕ ਸੀਜ਼ਨ ਦੇ ਵਿੱਚ ਵੀ ਜੇ ਮੀਂਹ ਨਾ ਪੈਂਦਾ, ਵਰਖਾ ਨਾ ਹੁੰਦੀ ਤਾਂ ਅਕਾਲ ਪੈ ਜਾਂਦੇ ਸਨ। ਕਿਉਂਕਿ ਆਹ ਪੁਆਧ ਦਾ ਏਰੀਆ ਸਾਡੇ ਨਾਲ ਹੈ, ਇਹ ਸਾਰੇ ਹੀ ਸਾਰਾ ਪੁਆਧ ਜਿਹੜਾ ਹੈ ਇਹ ਬਿਲਕੁਲ ਇੱਥੇ ਕੋਈ ਦਾਣਾ ਨਹੀਂ ਸੀ ਹੁੰਦਾ। ਇਹ ਤਾਂ ਬਹੁਤ ਸਾਰੇ ਨੇ ਵੇਖਿਆ ਵੀ ਹੋਏਗਾ ਕਿ ਪੁਆਧੀ ਲੋਕ ਆਮ ਜਿਹੜੇ ਸੀ ਅੰਬ ਇੱਧਰ ਹੁੰਦਾ ਸੀ, ਅੰਬ ਲੈ ਕੇ ਖੰਨੇ ਦੀ ਮੰਡੀ 'ਚ ਆਣ ਕੇ ਵੇਚਦੇ ਸਨ, ਉੱਥੋਂ ਦਾਣੇ ਲੈ ਕੇ ਜਾਂਦੇ ਸਨ। ਅਤੇ ਇਹ ਵੀ ਏਰੀਆ ਸਾਰਾ ਜੰਗਲ ਮਾਲਵੇ ਦਾ ਏਰੀਆ ਸੀ, ਦਾਣੇ ਬਹੁਤ ਘੱਟ ਹੁੰਦੇ ਸਨ। ਅਤੇ ਉਹ ਸਮਾਂ ਇਸ ਤਰ੍ਹਾਂ ਦਾ ਆ ਗਿਆ, ਅਕਾਲ ਪੈ ਗਿਆ। ਅਕਾਲ ਪੈਣ ਕਰਕੇ ਦਾਣੇ ਮਹਿੰਗੇ ਹੋ ਗਏ। ਸਾਡਾ ਇਤਿਹਾਸਕਾਰ ਕਹਿੰਦਾ ਹੈ ਕਿ 1 ਰੁਪਈਏ ਦੇ 2 ਮਣ ਪਹਿਲਾਂ ਦਾਣੇ ਮਿਲਦੇ ਸਨ, ਅਤੇ ਜਦੋਂ ਅਕਾਲ ਪਿਆ ਬੜੀ ਕਰੜਾਈ ਹੋਈ, ਦਾਣੇ ਨਹੀਂ ਸਨ ਲੁਧਿਆਣੇ ਤੋਂ ਬਿਨਾਂ ਹੋਰ ਕਿਤੇ ਵੀ, ਤਾਂ ਉਸ ਸਮੇਂ 30 ਸੇਰ ਦਾਣੇ ਜਿਹੜੇ ਸਨ ਉਹ 1 ਰੁਪਈਏ ਦੇ ਮਿਲਦੇ ਸਨ। ਮੈਂ ਬੱਚਿਆਂ ਵਾਸਤੇ ਇਹ ਵੀ ਗੱਲ ਦੱਸ ਦੇਵਾਂ ਕਿ ਪੱਕਾ ਮਣ 40 ਕਿਲੋ ਦਾ ਹੁੰਦਾ,
ਤੇ 2 ਮਣ ਦਾਣੇ 80 ਕਿਲੋ ਦਾਣੇ ਪਹਿਲਾਂ ਰੁਪਈਏ ਦੇ ਮਿਲਦੇ ਸੀ, ਪਰ ਜਦੋਂ ਕਾਲ ਪੈ ਗਿਆ ਤੇ ਸਿਰਫ 30 ਕਿਲੋ ਦਾਣੇ ਹੀ 1 ਰੁਪਈਏ ਦੇ, ਭਾਵ ਇੰਨੀ ਮਹਿੰਗਾਈ ਜਿਹੜੀ ਸੀ ਉਹ ਵੱਧ ਗਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਹੱਟੀ ਤੇ ਜਿਹੜਾ ਸਿੱਖ ਬੈਠਦਾ ਸੀ ਉਹਦਾ ਨਾਂ ਗੁਲਾਬ ਸਿੰਘ ਸੀ, ਉਹ ਗੁਰਦਾਸਪੁਰ ਜ਼ਿਲ੍ਹੇ ਦਾ ਸੀ। ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ 2 ਸੇਰ ਦਾਣੇ ਵੱਧ ਦੇਣੇ ਨੇ, ਭਾਵ ਆਮ ਜਿਹੜਾ ਮੰਡੀ ਦਾ ਰੇਟ ਸੀ, ਮੰਡੀ ਦੇ ਵਿੱਚ ਜੋ ਚੱਲ ਰਿਹਾ ਸੀ, ਲੁਧਿਆਣੇ ਜੋ ਭਾਅ ਚੱਲ ਰਿਹਾ ਸੀ ਉਹ 30 ਸੇਰ ਸੀ। ਸਤਿਗੁਰੂ ਸੱਚੇ ਪਾਤਸ਼ਾਹ ਆਖਿਆ ਜੇ ਕੋਈ ਦਾਣਾ ਲੈਣ ਆ ਜਾਂਦਾ ਹੈ ਤਾਂ ਉਹਨੂੰ 32 ਸੇਰ ਦਾਣੇ ਜਿਹੜੇ ਨੇ ਇਹ ਦੇਣੇ ਨੇ, 2 ਸੇਰ ਵੱਧ ਦਾਣੇ ਦੇਣੇ ਨੇ, ਕਿਉਂਕਿ ਸਿੱਖ ਬਹੁਤ ਮੁਸ਼ਕਲ ਦੇ ਵਿੱਚ ਨੇ, ਲੋਕ ਬਹੁਤ ਮੁਸ਼ਕਲ ਦੇ ਵਿੱਚ ਨੇ। ਫਿਰ ਇੱਥੇ ਭੈਣੀ ਸਾਹਿਬ ਲੰਗਰ ਜਿਹੜਾ ਹੈ ਉਹ ਲਗਾਤਾਰ ਚੱਲਦਾ ਹੈ, ਜਿਹਦੇ ਵਿੱਚ ਸਾਡਾ ਇਤਿਹਾਸਕਾਰ ਜਾਂ ਉਸ ਸਮੇਂ ਦਾ ਸਾਨੂੰ ਪਤਾ ਲੱਗਦਾ ਹੈ ਕਿ ਕਿਉਂਕਿ ਵੱਡੀ ਕੋਈ ਖਰਾਸ ਵਗੈਰਾ ਨਹੀਂ ਸੀ ਉਸ ਸਮੇਂ, ਚੱਕੀਆਂ ਦੇ ਨਾਲ ਦਾਣੇ ਪੀਏ ਜਾਂਦੇ ਸਨ। ਮਾਤਾ ਜੱਸਾਂ ਦਾਣੇ ਪੀਂਦੀ ਹੈ, ਦੋਵੇਂ ਪੁੱਤਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਉਹ ਦਾਣੇ ਪੀਂਦੀਆਂ ਨੇ। ਸਤਿਗੁਰੂ ਜੀ ਆਪ 10 ਸੇਰ ਦਾਣੇ ਰੋਜ਼ ਪੀਂਦੇ ਨੇ ਸਿੱਖਾਂ ਵਾਸਤੇ, ਪ੍ਰਸ਼ਾਦਾ ਜਿਹੜਾ ਆਉਣ ਵਾਲੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਉਹਨਾਂ ਦੇ ਵਾਸਤੇ 10 ਸੇਰ ਦਾਣੇ ਜਿਹੜੇ ਨੇ ਸਤਿਗੁਰੂ ਜੀ ਆਪ ਚੱਕੀ ਦੇ ਨਾਲ ਪੀਂਦੇ ਨੇ। ਇਸ ਤਰ੍ਹਾਂ ਇਹ ਲੰਗਰ ਸ੍ਰੀ ਭੈਣੀ ਸਾਹਿਬ ਦਾ ਜਿਹੜਾ ਹੈ ਉਹ ਲਗਾਤਾਰ ਚੱਲਦਾ। ਤਾਂ ਲੋਕ ਕਹਿੰਦੇ ਨੇ ਭਾਈ ਕਿਤੇ ਪ੍ਰਸ਼ਾਦਾ ਭਾਵੇਂ ਨਾ ਮਿਲੇ ਪਰ ਭੈਣੀ ਸਾਹਿਬ ਜ਼ਰੂਰ ਜਾ ਕੇ ਪ੍ਰਸ਼ਾਦਾ ਮਿਲ ਜਾਵੇਗਾ। ਕੁਛ ਤਾਂ ਲੋਕ ਉਹ ਨੇ ਜਿਹੜੇ ਦਾਣੇ ਮੁੱਲ ਲੈਣ ਵਾਸਤੇ ਹੁੰਦੇ ਨੇ, ਤੇ ਕੁਛ ਉਹ ਨੇ ਜਿਨ੍ਹਾਂ ਨੇ ਪ੍ਰਸ਼ਾਦਾ ਹੋਰ ਕਿਤੋਂ ਨਹੀਂ ਮਿਲ ਰਿਹਾ, ਉਹ ਸ੍ਰੀ ਭੈਣੀ ਸਾਹਿਬ ਆਣ ਟਿਕਾਣਾ ਕਰਦੇ ਪਏ ਨੇ, ਉਹ ਇੱਥੋਂ ਪ੍ਰਸ਼ਾਦਾ ਛਕਦੇ ਨੇ। ਇਹ ਸਮਾਂ ਬੜਾ ਕਰੜਾ ਨਿਕਲਦਾ ਹੈ। 1860 ਦਾ ਜਿਹੜਾ ਸਾਲ ਹੈ। 61 ਦੇ ਵਿੱਚ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਵਾਰੀ ਮੁਠੱਡੀ ਜਾਂਦੇ ਨੇ। ਇੱਥੇ ਕੁਛ ਸਿੱਖ ਜਿਹੜੇ ਨੇ ਉਹ ਨਵੇਂ ਤਿਆਰ ਹੁੰਦੇ ਨੇ, ਉਹ ਅੰਮ੍ਰਿਤ ਛਕਦੇ ਨੇ, ਨਾਮ ਲੈਂਦੇ ਨੇ। ਇੱਥੋਂ ਧੁਲੇਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਨੇ। ਧੁਲੇਤੇ ਦਾ ਇੱਕ ਨਾਗਾ ਸਾਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਮੈਨੂੰ ਮਾਰੂ ਦਾ ਸ਼ਬਦ ਸੁਣਾਵੋ, ਮਾਰੂ ਰਾਗ ਦਾ ਸ਼ਬਦ ਸੁਣਾਵੋ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਸਮਾਂ ਨਹੀਂ ਹੈਗਾ ਰਾਗਾਂ, ਕਿਉਂਕਿ ਰਾਗੀ ਸੱਜਣ ਇਸ ਗੱਲ ਸਾਰੇ ਜਾਣਦੇ ਨੇ ਇਸ ਗੱਲ ਨੂੰ ਕਿ ਹਰ ਰਾਗ ਦਾ ਵੱਖਰਾ ਸਮਾਂ ਜਿਹੜਾ ਹੈ ਉਹ ਨੀਅਤ ਹੁੰਦਾ ਹੈ। ਇਹ ਮਾਰੂ ਰਾਗ ਦਾ ਸਮਾਂ ਨਹੀਂ ਹੈਗਾ। ਉਹ ਇਸ ਗੱਲ ਦੀ ਜਿੱਦ ਕਰਦਾ ਨਹੀਂ ਜੀ ਮਾਰੂ ਹੀ ਰਾਗ ਸੁਣਾਵੋ। ਸਤਿਗੁਰੂ ਸੱਚੇ ਪਾਤਸ਼ਾਹ ਰਾਗੀਆਂ ਨੂੰ ਕਹਿੰਦੇ ਨੇ ਭਾਈ ਇਹਨੂੰ ਫਿਰ ਮਾਰੂ ਰਾਗ ਸੁਣਾ ਦਿਓ। ਜਦੋਂ ਮਾਰੂ ਰਾਗ ਸ਼ੁਰੂ ਹੁੰਦਾ ਤੇ ਉਹਨੂੰ ਸੂਤਰ ਪੈ ਜਾਂਦਾ, ਉਸਦੀ ਹਾਲਤ ਜਿਹੜੀ ਹੈ ਅਸਤ ਵਿਅਸਤ ਹੋ ਜਾਂਦੀ। ਸਤਿਗੁਰੂ ਜੀ ਰਾਗੀਆਂ ਨੂੰ ਰੋਕ ਦਿੰਦੇ ਨੇ ਤੇ ਇਹਨੂੰ ਸਲੋਤਰ ਦੇ ਨਾਲ ਥੋੜ੍ਹਾ ਜਿਹਾ ਪ੍ਰਸ਼ਾਦਾ ਚਾਟਾ ਛਕਾਉਂਦੇ ਨੇ ਕਿ ਤੈਨੂੰ ਆਖਿਆ ਸੀ ਇਹ ਗੱਲ ਨਹੀਂ ਕਰਨੀ। ਇੱਥੇ ਛੋਟੇ ਛੋਟੇ ਬਚਨ ਨੇ। ਵੈਸੇ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਤਾਂ ਬਹੁਤ ਸਾਰਿਆਂ ਕਈ ਵਾਰ ਇਹ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਕਿ ਇਹ ਇਤਿਹਾਸ ਪਹਿਲਾਂ ਕਿਉਂ ਨਹੀਂ ਸੁਣਾਇਆ ਗਿਆ ਜਾਂ ਪਹਿਲਾਂ ਕਿਉਂ ਨਹੀਂ ਇਹ ਗੱਲਾਂ ਕੀਤੀਆਂ ਜਾਂਦੀਆਂ, ਕਿਉਂਕਿ ਇਹਨਾਂ ਨੂੰ ਸਮਝਣਾ ਪਵੇਗਾ। ਇਹਨਾਂ ਦੇ ਪਿੱਛੇ ਬਹੁਤ ਸਾਰਾ ਕੁਛ ਜੋ ਇਹਨਾਂ ਦੇ ਪਿੱਛੇ ਹੈ, ਹਰ ਸਾਖੀ ਦੇ ਪਿੱਛੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ, ਮਰਿਆਦਾ ਬੰਨ੍ਹਣਾ ਚਾਹੁੰਦੇ ਨੇ। ਮਰਿਆਦਾ ਤੋਂ ਜਿਹੜੇ ਲੋਕ ਡਿੱਗੇ ਹੋਏ ਨੇ, ਜਿਹੜੇ ਲੋਕ ਇੱਥੋਂ ਤੱਕ ਮੰਨ ਲਓ ਸਾਧੂ ਭੇਖਦੇ ਹੁੰਦਿਆਂ ਹੋਇਆਂ ਇਹ ਗੱਲਾਂ ਕਰਦੇ ਨੇ ਕਿ ਰਾਗ ਦਾ ਸਮਾਂ ਨਾ ਹੁੰਦਿਆਂ ਵੀ ਸਾਨੂੰ ਰਾਗ ਸੁਣਾਓ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਨੇ। ਇੱਥੇ ਹੀ ਮੁਠੱਡੇ ਬਹੁਤ ਇਤਿਹਾਸਿਕ ਬਚਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿ ਸਤਿਗੁਰੂ ਜੀ ਹੁਕਮ ਕਰਦੇ ਨੇ ਜਿਹੜੇ ਉੱਥੇ ਸਿੱਖ ਇਕੱਠੇ ਹੋਏ ਨੇ, ਸਾਰਿਆਂ ਨੂੰ ਕਹਿੰਦੇ ਨੇ ਵੀ ਲੜਕੇ ਤੇ ਲੜਕੀ ਨੂੰ ਅੱਖਰ ਪੜ੍ਹਾ ਦੇਣੇ। ਲੜਕੀਆਂ ਦੀ ਸਿੱਖਿਆ ਵਾਸਤੇ ਪਹਿਲੀ ਵਾਰ ਜੇ ਕੋਈ ਵੱਡਾ ਕਾਰਜ ਕੀਤਾ ਤੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਤਾ ਹੈ। ਆਪਣੀਆਂ ਲੜਕੀਆਂ ਦੋਵਾਂ ਨੂੰ, ਬੀਬੀ ਨੰਦਾ ਤੇ ਬੀਬੀ ਦਇਆ ਕੌਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 5 ਗ੍ਰੰਥੀ ਪੜ੍ਹਾਈ। ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦੀਆਂ ਸਨ ਤੇ ਸਿੱਖਾਂ ਨੂੰ ਇਹ ਗੱਲ ਆਖੀ ਕਿ ਜਿੱਥੇ ਲੜਕਿਆਂ ਨੂੰ ਸਿੱਖਿਆ ਦੇਣੀ ਹੈ, ਪੜ੍ਹਾਉਣਾ ਹੈ, ਉੱਥੇ ਲੜਕੀਆਂ ਨੂੰ ਵੀ ਜ਼ਰੂਰ ਪੜ੍ਹਾਉਣਾ। ਇੱਥੇ ਮੁਠੱਡੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਹ ਗੱਲ ਆਖਦੇ ਨੇ। ਫਿਰ ਨਾਲ ਇਹ ਵੀ ਬਚਨ ਹੋਇਆ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਅਰਧ ਕੁੰਭੀ ਦੇ ਮੇਲੇ ਤੇ ਜਾਣਾ ਹੈ। ਭਾਈ ਜਿਨ੍ਹਾਂ ਸਿੱਖਾਂ ਨੇ ਜਾਣਾ ਹੋਵੇ ਉਹ ਭੈਣੀ ਸਾਹਿਬ ਆ ਜਾਓ। ਕੁਝ ਸਿੱਖਾਂ ਵਾਸਤੇ ਹੁਕਮਨਾਮੇ ਵੀ ਜਾਰੀ ਹੁੰਦੇ ਨੇ। ਅਰਧ ਕੁੰਭੀ ਤੇ ਕਿਉਂ ਜਾਣਾ ਹੈ? ਹੁਣ ਇੱਕ ਸਵਾਲ ਇਹ ਹੈ ਕਿਉਂਕਿ ਧਰਮ ਦਾ ਪ੍ਰਚਾਰ ਦਾ ਜਦੋਂ ਆਰੰਭ ਹੋਇਆ ਧਰਮ, ਉਦੋਂ ਵੀ ਇਹ ਸਥਾਨ ਜਿਹੜੇ ਸਨ, ਜਿਵੇਂ ਹਰਿਦੁਆਰ ਅਰਧ ਕੁੰਭੀ ਦਾ ਉਹ ਮੇਲਾ ਲੱਗਣਾ ਸੀ, ਇਹ ਸਥਾਨ ਜਿਹੜੇ ਸਨ ਇਹ ਮੁੱਖ ਸਨ ਜਿਨ੍ਹਾਂ ਤੋਂ ਧਰਮ ਦਾ ਪ੍ਰਚਾਰ ਕੀਤਾ ਗਿਆ, ਧਰਮ ਜਿਹੜਾ ਸੀ ਉਹ ਫੈਲਾਇਆ ਗਿਆ। ਤੇ ਜਦੋਂ ਇਹਨਾਂ ਦੇ ਵਿੱਚ ਗਿਰਾਵਟ ਆਈ ਉਦੋਂ ਵੀ ਇਹ ਮੁੱਖ ਸਥਾਨ ਸਨ। ਸਭ ਤੋਂ ਪਹਿਲਾਂ ਗਿਰਾਵਟਾਂ ਵੀ ਇਹਨਾਂ ਥਾਵਾਂ ਦੇ ਉੱਤੇ ਆਉਂਦੀਆਂ ਨੇ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਵੇਂ ਗੁਰੂ ਨਾਨਕ ਪਾਤਸ਼ਾਹ ਕਿਰਪਾ ਕੀਤੀ ਸੀ, ਪਹਿਲਾਂ ਉਹਨਾਂ ਤੀਰਥਾਂ ਦੇ ਉੱਤੇ ਗਏ, ਉਹਨਾਂ ਲੋਕਾਂ ਦੇ ਨਾਲ ਸੰਵਾਦ ਰਚਾਇਆ। ਇਸੇ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਜਿਹੜੇ ਧਰਮ ਤੋਂ ਹਟ ਚੁੱਕੇ ਨੇ,
ਉਹ ਅਰਧਕੁੰਭੀ ਦਾ ਜਿਹੜਾ ਹੈ ਉਹ ਪ੍ਰੋਗਰਾਮ ਬਣਾਉਂਦੇ ਨੇ ਵੀ ਉੱਥੇ ਜਾਣਾ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੇ ਲੋਕ ਉੱਥੇ ਜਾਂਦੇ ਨੇ, ਜਿਨ੍ਹਾਂ ਦੀ ਆਸਥਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਸਿੱਖਾਂ ਰਸਤੇ ਵਿੱਚ ਜਾਣ ਵਾਲਿਆਂ ਨੂੰ ਮਿਲਣਾ ਚਾਹੁੰਦੇ ਨੇ। ਤੀਜਾ, ਜਿਹੜੇ ਨਾਲ ਸਿੱਖ ਨੇ ਉਹਨਾਂ ਦਾ ਤਿਆਗ, ਉਹਨਾਂ ਦੀ ਭਾਵਨਾਵਾਂ, ਉਹਨਾਂ ਦੇ ਵਿੱਚ ਸਿੱਖੀ, ਇਹ ਸਾਰਾ ਕੁਝ ਜਿਹੜਾ ਚੀਜ਼ਾਂ ਨੇ ਇਹਨਾਂ ਨੂੰ ਪੂਰੀਆਂ ਪ੍ਰਬਲ ਕਰਨਾ ਚਾਹੁੰਦੇ ਨੇ, ਮਜ਼ਬੂਤ ਕਰਨਾ ਚਾਹੁੰਦੇ ਨੇ। ਸਤਿਗੁਰੂ ਜੀ ਇਸ ਤਰ੍ਹਾਂ ਦੀਆਂ ਕਈ ਸਾਖੀਆਂ ਜਿਹੜੀਆਂ ਹਨ ਇਹਨਾਂ ਦੇ ਨਾਲ ਰਚਦੇ ਨੇ। ਅਤੇ ਇੱਥੋਂ ਜਦੋਂ ਤੁਰਨ ਲੱਗਦੇ ਨੇ, ਜਦੋਂ ਇੱਥੇ ਤਿਆਰੀ ਚੱਲਦੀ ਹੈ ਕਿ ਅਰਧਕੁੰਭੀ 'ਤੇ ਜਾਣਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੰਗਾ ਦੀ ਸੱਤਿਆ ਕੱਢ ਕੇ ਇੱਥੇ ਰਾਮਸਰ ਟਿਕਾਏ ਦੇਵਾਂਗੇ, ਇੱਥੇ ਹੀ ਸੱਤਿਆ ਸਾਰੀ ਰੱਖ ਦੇਵਾਂਗੇ। ਫਿਰ ਸਤਿਗੁਰੂ ਜੀ ਦੋ ਸਿੱਖਾਂ ਦੇ ਨਾਂ ਆਉਂਦੇ ਨੇ, ਦਸੌਂਧਾ ਸਿੰਘ ਅਤੇ ਵਸਾਵਾ ਸਿੰਘ ਉਭੋਗੇ, ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਇਹਨਾਂ ਦੋਵਾਂ ਸਿੱਖਾਂ ਨੂੰ ਨਾਲ ਲੈ ਕੇ ਇਸ ਭੈਣੀ ਸਾਹਿਬ ਦੇ ਆਲੇ ਦੁਆਲੇ ਲਕੀਰ ਮਾਰਦੇ ਨੇ, ਕਾਰ ਕੱਢਦੇ ਨੇ, ਆਂਦੇ ਨੇ ਭਾਈ ਇਹਦੇ ਅੰਦਰ ਸਰਬ ਸੁੱਖ ਹੋਣਗੇ, ਸਾਰੀਆਂ ਬਲਾਵਾਂ ਇਸ ਤੋਂ ਬਾਹਰ ਰਹਿਣਗੀਆਂ। ਇਹ ਜਿਸ ਤਰ੍ਹਾਂ ਇੱਕ ਆਪਾਂ ਕਿਲ੍ਹਾ ਬਣਾ ਦਈਦਾ, ਜਿਸ ਤਰ੍ਹਾਂ ਰਾਜੇ ਮਹਾਰਾਜੇ ਕਿਲ੍ਹਾ ਬਣਾ ਦਿੰਦੇ ਸਨ ਅਤੇ ਕੰਧ ਕੱਢ ਦਿੰਦੇ ਸਨ ਆਪਣੇ ਸ਼ਹਿਰ ਦੇ ਦੁਆਲੇ, ਆਪਣੇ ਉਸ ਨਗਰ ਦੇ ਦੁਆਲੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੋਟੀ ਲੈ ਕੇ ਉਹ ਲਾਈਨ ਪਾ ਕੇ ਕਹਿੰਦੇ ਨੇ ਇਹਦੇ ਅੰਦਰ ਸਾਰੇ ਸੁੱਖ ਹੋਣਗੇ, ਸਾਰੀਆਂ ਬਲਾਵਾਂ ਇਸ ਤੋਂ ਦੂਰ ਰਹਿਣਗੀਆਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤਿਆਰੀ ਵੱਟਦੇ ਨੇ। ਬੀਬੀ ਨੰਦਾ ਅਰਜ਼ ਕਰਦੀ ਹੈ ਜੀ ਮੈਂ ਵੀ ਗੰਗਾ 'ਤੇ ਜਾਣਾ, ਮੈਂ ਕਦੀ ਗੰਗਾ ਵੇਖੀ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ, ਪਹਿਲਾਂ ਕਹਿੰਦੇ ਬੀਬੀ ਤੂੰ ਕਿਉਂ ਜਾਣਾ ਹੈ, ਪਰ ਉਹ ਕਹਿੰਦੀ ਜੀ ਮੈਂ ਗੰਗਾ ਕਦੀ ਨਹੀਂ ਵੇਖੀ। ਚਲੋ ਠੀਕ ਹੈ, ਤੁਸੀਂ ਵੀ ਨਾਲ ਚੱਲੋ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬਾਬਾ ਬੁੱਧ ਸਿੰਘ ਦੇ ਰੂਪ ਦੇ ਵਿੱਚ ਇਹ ਵੀ ਨਾਲ ਨੇ, ਪਿਤਾ ਜੱਸਾ ਸਿੰਘ ਨਾਲ ਨੇ, ਤਾਇਆ ਨੱਥਾ ਸਿੰਘ ਨਾਲ ਹੈ, ਹੋਰ ਸਿੱਖ ਭਾਈ ਸਾਹਿਬ ਸਿੰਘ, ਬਾਬਾ ਜਵਾਹਰ ਸਿੰਘ, ਇਸ ਤਰ੍ਹਾਂ ਇਤਿਹਾਦਿਕ ਸਿੱਖ ਜਿਹੜੇ 100 ਤੋਂ ਵੱਧ ਸਿੱਖ ਜਿਹੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਨੇ। ਅਰਧਕੁੰਭੀ ਨੂੰ ਜਦੋਂ ਚੱਲਦੇ ਨੇ, ਚੱਲਦਿਆਂ ਪਹਿਲਾ ਪੜਾਅ ਸਤਿਗੁਰੂ ਸੱਚੇ ਪਾਤਸ਼ਾਹ ਦਾ ਖੰਨੇ ਹੁੰਦਾ। ਖੰਨੇ ਵਿੱਚ ਜਦੋਂ ਪਹਿਲਾ ਪੜਾਅ ਕਰਦੇ ਨੇ, ਇੱਕ ਗੱਲ ਹੋਰ ਬੜੀ ਜਿਹੜੀ ਹੈ ਉਹ ਇਤਿਹਾਸਿਕ ਨੁਕਤੇ ਨਾਲ ਵੇਖਣ ਵਾਲੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਹਮਣ ਦੀ ਮਰਿਆਦਾ ਦ੍ਰਿੜਾਉਂਦੇ ਨੇ ਇਸ ਦੌਰੇ ਦੇ ਵਿੱਚ। ਅਤੇ ਉਹਦੇ ਵਿੱਚ ਸਿੱਖਾਂ ਨੂੰ ਹਰ ਸਵੇਰ ਜਦੋਂ ਹੁੰਦੀ ਹੈ, ਸ਼ੁਰੂ ਹੁੰਦੀ ਹੈ, ਉਹ ਆਸਾ ਦੀ ਵਾਰ ਦੇ ਭੋਗ ਤੋਂ ਬਾਅਦ ਹਵਨ ਹੁੰਦਾ, ਸਤਿਗੁਰੂ ਜੀ ਆਪ ਹਵਨ ਕਰਦੇ ਨੇ। ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਅਤੇ ਅਗਲਾ ਪੜਾਅ ਜਿਹੜਾ ਹੈ ਉਹ ਸ਼ੁਰੂ ਹੁੰਦਾ। ਇੱਥੋਂ ਅਰਦਾਸ ਜਦੋਂ ਕੀਤੀ ਜਾਂਦੀ ਹੈ, ਭੈਣੀ ਸਾਹਿਬ ਤੋਂ ਅਰਦਾਸ ਕੀਤੀ ਜਾਂਦੀ ਹੈ। 5 ਰੁਪਈਏ ਦਾ ਪ੍ਰਸ਼ਾਦ, ਸਾਡਾ ਇਤਿਹਾਸਕਾਰ ਕਹਿੰਦਾ ਜਦੋਂ 1 ਰੁਪਈਏ ਦਾ ਅਸੀਂ 30 ਸੇਰ ਦਾਣਿਆਂ ਦੀ ਗੱਲ ਕਰਦੇ ਪਏ ਹਾਂ, ਉਦੋਂ 5 ਰੁਪਈਏ ਦਾ ਪ੍ਰਸ਼ਾਦ ਜਿਹੜਾ ਸਾਰੇ ਨਗਰ ਦੇ ਵਿੱਚ ਵਰਤਾਇਆ ਜਾਂਦਾ। ਅਤੇ ਇਤਿਹਾਸਕਾਰ ਕਹਿੰਦਾ ਕਿ ਉਹਦੇ ਵਿੱਚ ਇੰਨੀ ਬਰਕਤ ਸੀ ਕਿ ਪ੍ਰਸ਼ਾਦ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਭਰ ਕੇ ਜਿਹੜੇ ਸਨ ਉਹ ਲਗਾਏ। ਕਿਉਂਕਿ ਅਸੀਂ ਅੱਜ ਦੇ ਸਮੇਂ ਦੇ ਅਨੁਸਾਰ ਕਈ ਵਾਰ ਇਤਿਹਾਸ ਨੂੰ ਵੇਖਦੇ ਜਾਂ ਜਿਉਂਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਪ੍ਰਸ਼ਾਦ ਵਾਸਤੇ ਅਸੀਂ ਸ਼ਬਦ ਆਖਦੇ ਹਾਂ, ਕਿਉਂਕਿ ਅੱਜ ਕਈ ਮਠਿਆਈਆਂ ਨੇ, ਕਈ ਕੁਛ ਹੈ। ਉਦੋਂ ਬਹੁਤ ਵੱਡੀ ਸੌਗਾਤ ਸੀ, ਲੋਕਾਂ ਨੂੰ ਪ੍ਰਸ਼ਾਦ ਮਿਲ ਜਾਣਾ ਇਹ ਬੜੀ ਵੱਡੀ ਗੱਲ ਸੀ। ਸਾਡੇ ਲੋਕ ਗੀਤ ਜਾਂ ਲੋਕ ਉਹਦੇ ਵਿੱਚ ਮਿਲਦਾ ਹੈ ਕਿ ਕੂਕੇ ਰਿਸ਼ਵਤ ਵੀ ਦਿੰਦੇ ਨੇ ਕਿਸੇ ਨੰਬਰਦਾਰ ਨੂੰ, ਕਿਸੇ ਚੌਂਕੀਦਾਰ ਨੂੰ। ਜੇ ਉਹ ਥਾਣੇ ਜਾਣਾ ਚਾਹੁੰਦਾ ਅਤੇ ਕੂਕੇ ਉਹ ਤੈਨੂੰ ਦਿਆਂਗਾ ਕੜਾਹ ਦੀ ਬਾਟੀ, ਉਹ ਥਾਣੇ ਨਾ ਜਾਈ ਲੰਬੜਾ। ਇਹ ਲੋਕ ਬੋਲੀ ਹੈ ਵੀ ਤੈਨੂੰ ਮੈਂ ਕੜਾਹ ਦੀ ਬਾਟੀ ਜਿਹੜੀ ਹੈ, ਕੜਾਹ ਦੀ ਕੌਲੀ ਜਿਹੜੀ ਹੈ ਉਹ ਦਿਆਂਗਾ। ਇਹ ਰਿਸ਼ਵਤ ਦੇ ਤੌਰ ਦੇ ਉੱਤੇ ਐਡੀ ਵੱਡੀ ਸੌਗਾਤ ਜਿਹੜੀ ਹੈ ਉਹ ਵੈਸੇ ਵੀ ਚਲੋ ਪ੍ਰਸ਼ਾਦ ਉਂਝ ਹੀ ਉੱਤਮ ਹੈ, ਕੜਾਹ ਪ੍ਰਸ਼ਾਦ ਉਂਝ ਹੀ ਉੱਤਮ ਹੈ। ਅਤੇ ਪਰ ਉਸ ਸਮੇਂ ਤਾਂ ਇਸ ਤਰ੍ਹਾਂ ਆਪਾਂ ਸੋਚ ਸਕਦੇ ਹਾਂ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 5 ਰੁਪਈਏ ਦਾ ਕੜਾਹ ਪ੍ਰਸ਼ਾਦ ਇੱਥੇ ਭੈਣੀ ਸਾਹਿਬ ਦੀ ਧਰਤੀ 'ਤੇ ਕੀਤਾ, ਸੰਗਤ ਵਿੱਚ ਵਰਤਿਆ। ਬਹੁਤ ਖੁੱਲ੍ਹਾ ਪ੍ਰਸ਼ਾਦ ਜਿਹੜਾ ਸੀ ਉਹ ਵਰਤਿਆ। ਲੋਕਾਂ ਨੇ ਘਰਾਂ ਦੇ ਵਿੱਚ ਵੀ ਲੋਕ ਜਿਹੜੇ ਸਨ ਉਹ ਪ੍ਰਸ਼ਾਦ ਨੂੰ ਲੈ ਕੇ ਗਏ, ਸਾਡਾ ਇਤਿਹਾਸਕਾਰ ਕਹਿੰਦਾ ਹੈ, ਪਿੰਡ ਵਾਲੇ ਲੋਕ। ਅਤੇ ਸਤਿਗੁਰੂ ਜੀ ਇੱਥੋਂ ਚੱਲ ਕੇ ਪਹਿਲਾ ਪੜਾਅ ਜਦੋਂ ਖੰਨੇ ਕਰਦੇ ਨੇ ਤਾਂ ਸਵੇਰੇ ਕਹਿੰਦੇ ਨੇ ਵੀ ਭਾਈ ਲੱਕੜਾਂ ਇਕੱਠੀਆਂ ਕਰੋ। ਉਹ ਡੱਕੇ ਸ਼ਬਦ ਜਿਹੜਾ ਹੈ ਇਸਤੇਮਾਲ ਕਰਦੇ ਨੇ, ਲੱਕੜਾਂ ਇਕੱਠੀਆਂ ਕਰੋ, ਹਵਨ ਕਰਨਾ ਹੈ। ਅਤੇ ਨੈਣਾ ਸਿੰਘ ਵਰਿਆਂ ਵਾਲਾ ਜਿਹੜਾ 5 ਪਿਆਰਿਆਂ ਦੇ ਵਿੱਚ ਹੈ, ਉਹ ਕੋਲ ਬੈਠਾ, ਉਹ 2-2 ਲੱਕੜਾਂ ਫੜਾਉਂਦਾ। ਸਤਿਗੁਰੂ ਜੀ ਕਹਿੰਦੇ ਇੱਕ ਫੜਾ, ਉਹ 2-2 ਫੜਾਉਂਦਾ। ਸਤਿਗੁਰੂ ਜੀ ਉਹਦੇ ਸਫਾ ਜੰਗ ਜਿਹੜਾ ਹੈ ਉਹ ਮਾਰਦੇ ਨੇ ਪਿੰਨੀ ਦੇ ਉੱਤੇ, ਅਤੇ ਪਿੰਨੀ ਦੇ ਉੱਤੇ ਜ਼ਖਮ ਹੋ ਜਾਂਦਾ, ਬਹੁਤ ਸਾਰਾ ਜਿਹੜਾ ਖੂਨ ਵਗਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਅਦ ਦੇ ਵਿੱਚ ਫਿਰ ਇਹਦੇ ਪੱਟੀ ਵੀ ਬੰਨ੍ਹਦੇ ਨੇ। ਪੱਟੀ ਬੰਨਣ ਤੋਂ ਬਾਅਦ ਸਤਿਗੁਰੂ ਜੀ ਅਗਲੇ ਪੜਾਅ 'ਤੇ ਪਹੁੰਚ ਜਾਂਦੇ ਨੇ। ਉੱਥੋਂ ਜੱਕਾ ਭੇਜਦੇ ਨੇ, ਭਾਈ ਨੈਣਾ ਸਿੰਘ ਦੇ ਸੱਟ ਲੱਗੀ ਹੋਈ ਹੈ, ਨੈਣਾ ਸਿੰਘ ਨੂੰ ਜੱਕੇ ਦੇ ਵਿੱਚ ਲੈ ਕੇ ਆਓ। ਪਰ ਉਹ ਆਂਦਾ ਵੀ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਜਦੋਂ ਦੀ ਆਪ ਨੇ ਪੱਟੀ ਬੰਨ੍ਹ ਦਿੱਤੀ ਉਦੋਂ ਬਾਅਦ ਮੈਨੂੰ ਪੀੜ ਨਹੀਂ ਹੋਈ। ਇਸ ਕਰਕੇ ਉਹ ਪੜਾਅ ਜਿਹੜਾ ਹੈ ਉਹ ਨਾਲ ਸੰਗਤ ਦੇ ਤੁਰਿਆ ਆਉਂਦਾ। ਨੈਣਾ ਸਿੰਘ ਨਾਲ ਚੱਲਿਆ ਆ ਰਿਹਾ। ਹੋਰ ਵੀ ਛੋਟੇ ਛੋਟੇ ਇੱਥੇ ਕਈ ਕੌਤਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ। ਉਹ ਜਿਹੜਾ ਸਲੋਤਰ ਸਤਿਗੁਰੂ ਜੀ ਦੇ ਕੋਲ ਹੈ,
ਕਿਉਂਕਿ ਸਾਡਾ ਇਤਿਹਾਸਕਾਰ ਦੱਸਦਾ ਸਤਿਗੁਰੂ ਜੀ ਦੇ ਤੇੜ ਕਛਹਿਰਾ, ਇੱਕ ਪਰਨਾ ਜਿਹੜਾ ਗਲ ਦੇ ਵਿੱਚ ਹੈ, ਇੱਕ ਪਰਨਾ ਸਿਰ ਦੇ ਉੱਤੇ ਬੰਨ੍ਹਿਆ, ਬਸ ਇਹੀ ਵਸਤਰ ਨੇ। ਤੇ ਸਤਿਗੁਰੂ ਜੀ ਨੇ ਸਲੋਤਰ ਹੱਥ ਵਿੱਚ ਫੜਿਆ, ਉਹਦਾ ਨਾਂ ਸਤਿਗੁਰੂ ਜੀ ਨੇ ਰੱਖਿਆ ਸੀ ਕਾਮੜਾ। ਜਦੋਂ ਤੇ ਉਹ ਸੁੱਧ ਸਿੰਘ ਦੇ ਹਵਾਲੇ ਕੀਤਾ ਹੋਇਆ ਸੀ। ਸੁੱਧ ਸਿੰਘ ਵੈਸੇ ਵੀ ਭੈਣੀ ਸਾਹਿਬ ਦਾ ਪਹਿਲਾ ਪ੍ਰਬੰਧਕ ਸੁੱਧ ਸਿੰਘ ਹੈ। ਸੁੱਧ ਸਿੰਘ ਦੇ ਹਵਾਲੇ ਇਹ ਜਿਹੜਾ ਕਾਮੜਾ ਕੀਤਾ ਹੋਇਆ ਸੀ, ਸਲੋਤਰ ਦਿੱਤਾ ਹੋਇਆ ਸੀ, ਤੇ ਇਹ ਗੱਲ ਆਖੀ ਸੀ ਜਦੋਂ ਲੋੜ ਪਿਆ ਸੁੱਧ ਸਿਆ ਮੈਂ ਤੇਰੇ ਤੋਂ ਮੰਗ ਲੈਣਾ, ਉਦੋਂ ਹੀ ਹਾਜ਼ਰ ਕਰਨਾ ਹੈ। ਇਹਦੀ ਬੜੀ ਲੋੜ ਹੈ, ਇਹਦੇ ਨਾਲ ਬੜਾ ਕੰਮ ਸਵਾਰਨੇ ਨੇ, ਇਹਦੇ ਨਾਲ ਬੜੇ ਲੋਕ ਸੁਧਾਰਨੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਇਸ ਵਾਸਤੇ ਸ਼ਬਦ ਵੀ ਇਹ ਗੱਲ ਕਹਿੰਦੇ ਨੇ, ਜਦੋਂ ਮਾਈ ਸਾਹਿਬੋ ਆਪਣੇ ਮਨ ਵਿੱਚ ਡਰਦੀ ਹੈ, ਪੱਧਰੀ ਵਾਲੀ ਇਹ ਵੀ ਨਾਲ ਸੀ ਇਸ ਦੇ, ਉਹ ਡਰਦੀ ਹੈ ਕਿ ਸਤਿਗੁਰੂ ਜੀ ਕਿਤੇ ਮੈਨੂੰ ਨਾ ਮਾਰਨ, ਕਿਉਂਕਿ ਸਤਿਗੁਰੂ ਜੀ ਬਹੁਤ ਸਾਰੇ ਸਿੱਖਾਂ ਨੂੰ ਸਮਝਾਉਂਦੇ ਨੇ ਤੇ ਮਾਰਦੇ ਤਾਂ ਨੇ। ਸਤਿਗੁਰੂ ਜੀ ਇੱਕ ਥਾਂ ਤੇ ਬਚਨ ਕਰਦੇ, ਭਾਈ ਜੇ ਤੁਸੀਂ ਸੱਚ ਬੋਲੋ, ਪਾਪ ਨਾ ਕਰੋ, ਜੇ ਚੋਰੀ ਜਾਰੀ ਨਾ ਕਰੋ, ਮੈਂ ਤੁਹਾਨੂੰ ਕਿਉਂ ਮਾਰਾਂ? ਤੁਸੀਂ ਜਦੋਂ ਸੱਚ ਨਹੀਂ ਬੋਲਦੇ ਫਿਰ ਮੈਂ ਮਾਰਦਾ। ਤੇ ਉਹ ਮਾਈ ਸਾਹਿਬੋ ਜਿਹੜੀ ਹੈ ਪੱਧਰੀ ਵਾਲੀ, ਉਹ ਇਹ ਸੋਚਦੀ ਹੈ ਕਿ ਮੈਨੂੰ ਨਾ ਸਤਿਗੁਰੂ ਜੀ ਕਿਤੇ ਮਾਰਨ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਇਹ ਜਦੋਂ ਸੋਚ ਉਹਦੇ ਮਨ ਵਿੱਚ ਆਉਂਦੀ ਹੈ, ਉਹਨੂੰ ਆਵਾਜ਼ਾਂ ਹੁੰਦਾ ਕਿ ਜਿਹਨੇ ਇਹਦੇ ਹੱਥਾਂ ਦੀ ਮਾਰ ਖਾਲੀ ਉਹਦਾ ਜੰਮਣ ਮਰਨਾ ਕੱਟਿਆ ਗਿਆ। ਇਸ ਕਰਕੇ ਸਿੱਖ ਆਪ ਖੁਸ਼ੀ ਦੇ ਨਾਲ ਆਪਣਾ ਆਪ ਪੇਸ਼ ਕਰਦੇ ਨੇ। ਤੇ ਸਤਿਗੁਰੂ ਜੀ ਖੰਨੇ ਤੋਂ ਅਗਲਾ ਪੜਾਅ ਅੰਬਾਲੇ ਕਰਦੇ ਨੇ। ਅੰਬਾਲੇ ਸਮੁੰਦ ਸਿੰਘ ਖੋਟਿਆਂ ਦਾ ਮਿਲਦਾ, ਇੱਕ ਘੋੜਿਆਂ ਦਾ ਵਪਾਰੀ ਸੀ, ਚੰਗਾ ਜ਼ਿਮੀਂਦਾਰ ਸੀ। ਅੱਗੇ ਜਾ ਕੇ ਇਹਦੀ ਸਾਖੀ ਆਵੇਗੀ, ਉਦੋਂ ਦੱਸਾਂਗੇ ਕਿ ਇਹਦੇ ਬਾਰੇ ਇਹ ਕਿਸ ਤਰ੍ਹਾਂ ਦਾ ਮਨੁੱਖ ਸੀ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਖੋਟੇ ਆਨੰਦ ਕਾਰਜ ਕਰਦੇ ਨੇ, ਇਸ ਦੀ ਧੀ ਦਾ, ਇੱਕ ਇਹਦੀ ਬਰਾਦਰੀ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਪੋਤਰੀ ਦਾ ਵੀ ਆਨੰਦ ਕਾਰਜ ਜਿਹੜਾ ਸੀ ਉਹ ਹੋਇਆ ਸੀ। ਉਹ ਖੋਟੇ ਜਿਹੜੇ ਪਹਿਲੇ ਆਨੰਦ ਕਾਰਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਦੇ ਵਿੱਚ ਕੀਤੇ ਨੇ। ਇਹ ਸਮੁੰਦ ਸਿੰਘ ਮਿਲਦਾ, ਸਤਿਗੁਰੂ ਜੀ ਇਹਨੂੰ ਕਹਿੰਦੇ ਨੇ ਭਾਈ ਐਤਕੀ ਤੇਰੇ ਘੋੜੇ ਨਹੀਂ ਵਿਕਣੇ। ਤਾਂ ਇਤਿਹਾਸ ਕਹਿੰਦਾ ਸੱਚਮੁੱਚ ਹੀ ਉਸ ਵਾਰੀ ਉਸ ਜਾਂ ਦੌਰੇ ਦੇ ਵਿੱਚ ਉਸ ਦੇ ਕੋਈ ਘੋੜੇ ਜਿਹੜੇ ਨੇ ਉਹ ਨਹੀਂ ਵਿਕਦੇ। ਇੱਥੋਂ ਸਤਿਗੁਰੂ ਜੀ ਅੱਗੇ ਵੱਧਦੇ ਨੇ, ਅੱਗੇ ਜਾ ਕੇ ਅੰਬਾਂ ਦੇ ਛਿੱਲ ਲਾ ਕੇ ਅੰਬਾਂ ਦੀ, ਤੇ ਉਹਨਾਂ ਨੂੰ ਬਾਟੇ ਦੇ ਵਿੱਚ ਪਾ ਕੇ ਸਵਈਏ ਪੜ੍ਹਦੇ ਨੇ, ਜਿਹੜੇ ਸਵਈਏ ਅੰਮ੍ਰਿਤ ਬਣਾਉਣ ਲੱਗਿਆਂ ਅਸੀਂ ਸਵਾਰਗ ਸੁੱਧ 10ਵੇਂ ਪਾਤਸ਼ਾਹ ਦੇ ਪੜ੍ਹਦੇ ਹਾਂ। ਇਹ ਸਵਈਏ ਪੜ੍ਹ ਕੇ ਤੇ ਦਿੱਤੂ ਰਾਗੀ ਨੂੰ ਕਹਿੰਦੇ ਨੇ ਆ ਤੈਨੂੰ ਰਾਗ ਪਿਆਈਏ। ਦਿੱਤੂ ਰਾਗੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਆ ਤੈਨੂੰ ਰਾਗ ਪਿਆਈਏ। ਤੇ ਸਤਿਗੁਰੂ ਜੀ ਉਹਨੂੰ ਪਿਆਉਂਦੇ ਨੇ। ਉਹ ਜਿਹੜਾ ਅੰਬ ਦਾ ਛਿਲਕ ਜਿਹੜਾ ਹੈ, ਅੰਬ ਦਾ ਸੱਕ ਜਿਹੜਾ ਹੈ, ਉਹਨੂੰ ਰਗੜ ਕੇ ਤੇ ਨਾਲ ਬਚਨ ਕਰਦੇ ਨੇ ਤੇਰੀ ਕਦੀ ਹੁਣ ਆਵਾਜ਼ ਨਹੀਂ ਬੈਠੇਗੀ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਇਹ ਚੀਜ਼ ਰਿਕਾਰਡ ਹੈ ਕਿ ਸਤਿਗੁਰੂ ਜੀ ਕਹਿੰਦੇ ਮੈਂ ਉਹਦੇ ਦਰਸ਼ਨ ਕੀਤੇ ਨੇ। ਬਾਅਦ ਦੇ ਵਿੱਚ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਉਹਨੇ ਅੰਮ੍ਰਿਤ ਛਕ ਲਿਆ ਸੀ, ਉਹਦਾ ਨਾਂ ਗੁਰਦਿੱਤ ਸਿੰਘ ਹੋ ਗਿਆ ਸੀ। ਉਹਦੀ ਵੀ ਇੱਕ ਘਟਨਾ ਵੱਖਰੀ ਹੈ। ਸਤਿਗੁਰੂ ਜੀ ਕਹਿੰਦੇ ਮੈਂ ਦਰਸ਼ਨ ਕੀਤੇ ਨੇ, ਇੰਨੀ ਸੋਹਣੀ ਸੁਰ ਹੈ, ਇੰਨੀ ਉੱਚੀ ਸੁਰ ਹੈ ਗੁਰਦਿੱਤ ਸਿੰਘ ਦੀ, ਦਿੱਤੂ ਦੀ, ਤੇ ਉਹ ਬੈਠਦੀ ਨਹੀਂ, ਆਵਾਜ਼ ਕਦੀ ਬੈਠਦੀ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਉਹ ਸੱਕ ਵਾਲਾ ਪਾਣੀ ਪਿਆ ਕੇ ਆਖਿਆ ਕਿ ਆ ਤੈਨੂੰ ਰਾਗ ਪਿਆਈਏ, ਤੇ ਨਾਲ ਆਖਿਆ ਹੁਣ ਤੇਰੀ ਆਵਾਜ਼ ਕਦੀ ਨਹੀਂ ਬੈਠੇਗੀ। ਤੇ ਨਾਲ ਹੀ ਲਾਭ ਸਿੰਘ ਰਾਗੀ ਵੀ ਇਸ ਜਥੇ ਦੇ ਨਾਲ ਹੈ। ਜਦੋਂ ਦਿੱਤੂ ਰਾਗੀ ਨੂੰ ਰਾਗ ਪਿਆਇਆ ਤੇ ਨਾਲ ਇਹ ਬਚਨ ਕੀਤਾ ਕਿ ਤੇਰੀ ਆਵਾਜ਼ ਨਹੀਂ ਬੈਠੇਗੀ, ਉਹ ਲਾਭ ਸਿੰਘ ਅੱਗੇ ਹੋ ਕੇ ਅਰਜ਼ ਕਰਦਾ, ਕਹਿੰਦਾ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਪਿਆਓ। ਸਤਿਗੁਰੂ ਜੀ ਉਹ ਇੱਕ ਸੱਕ ਵਜਿਆ ਹੁੰਦਾ ਅੰਬ ਦਾ, ਉਹ ਫੜਾ ਕੇ ਕਹਿੰਦੇ ਜਾ ਸੱਕ ਵਾਂਗੂ ਆਕੜਿਆ ਰਹੇਗਾ। ਇੱਥੇ ਵੀ ਸਾਡਾ ਇਤਿਹਾਸਕਾਰ ਕਹਿੰਦਾ ਉਹਨੇ ਦੋਵੇਂ ਬੰਦੇ ਵੇਖੇ ਨੇ। ਭਾਈ ਸੰਤੋਖ ਸਿੰਘ ਇਹਨਾਂ ਦੋਵਾਂ ਬੰਦਿਆਂ ਦੇ ਹਵਾਲੇ ਦਿੰਦਾ, ਮੈਂ ਦੋਵੇਂ ਵੇਖੇ ਨੇ। ਤੇ ਦਿੱਤੂ ਰਾਗੀ ਦੀ ਕਦੀ ਆਵਾਜ਼ ਨਹੀਂ ਬੈਠੀ ਤੇ ਲਾਭ ਸਿੰਘ ਹਮੇਸ਼ਾ ਆਕੜੇ ਹੀ ਰਹਿੰਦਾ ਸੱਕ ਵਾਂਗੂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੋਵੇਂ ਵਚਨ ਕਹਿੰਦਾ ਹੈ ਮੈਂ ਆਪਣੀ ਅੱਖਾਂ ਦੇ ਨਾਲ ਵੇਖੇ ਨੇ, ਇਹ ਪੂਰੇ ਹੁੰਦੇ ਹੋਏ। ਉਹ ਦਿੱਤੂ ਰਾਗੀ ਅਸਲ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਜਿਹੜੇ ਰਾਗੀ ਸਨ, ਉਹਨਾਂ ਦੇ ਵਿੱਚ ਬਹੁਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਧੁਲੇਤੇ ਜਾਂਦੇ ਨੇ, ਇਹ ਧੁਲੇਤੇ ਪਿੰਡ ਦਾ ਸੀ ਦਿੱਤੂ ਰਾਗੀ। ਪਹਿਲਾ ਦੌਰਾ ਜਦੋਂ ਮਠੱਡੀ ਹੁੰਦਾ, ਉਦੋਂ ਮੈਂ ਇਹ ਘਟਨਾ ਦਾ ਜ਼ਿਕਰ ਇਸ ਕਰਕੇ ਨਹੀਂ ਸੀ ਕੀਤਾ ਕਿਉਂਕਿ ਇੱਥੇ ਇਹਨੇ ਫਿਰ ਆ ਜਾਣਾ ਇਤਿਹਾਸ ਵਿੱਚ। ਅਗਾਂਹ ਵੀ ਇਸ ਦਾ ਜ਼ਿਕਰ ਜਿਹੜਾ ਬਾਰ-ਬਾਰ ਆਏਗਾ ਭਾਈ ਗੁਰਦਿੱਤ ਸਿੰਘ ਦਾ। ਜਦੋਂ ਸਤਿਗੁਰੂ ਜੀ ਧੁਲੇਤੇ ਜਾਂਦੇ ਨੇ, ਉਦੋਂ ਉੱਥੇ ਕਹਿੰਦੇ ਨੇ ਭਾਈ ਇੱਥੇ ਕੋਈ ਰਾਗੀ ਤੇ ਨਹੀਂ ਹੈਗਾ। ਤੇ ਇਹ ਬੱਕਰੀਆਂ ਚਾਰਨ ਵਾਲਾ ਮੁੰਡਾ ਸੀ, ਦਿੱਤੂ ਜਿਹੜਾ ਸੀ ਬੱਕਰੀਆਂ ਚਾਰਦਾ ਸੀ। ਤੇ ਇਹਨੂੰ ਲੈ ਆਉਂਦੇ ਜੀ, ਇਹ ਪੜ੍ਹਦਾ, ਮਰਾਸੀਆਂ ਦਾ ਮੁੰਡਾ, ਤੇ ਇਹ ਸ਼ਬਦ ਪੜ੍ਹਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆਂਦਾ ਜਾਂਦਾ ਤਾਂ ਸਤਿਗੁਰੂ ਜੀ ਕਹਿੰਦੇ ਨੇ ਭਾਈ ਕੋਈ ਸ਼ਬਦ ਸੁਣਾ। ਇਹਨੂੰ ਇਹ ਸੋਚਦਾ ਵੀ ਮੈਂ ਹੁਣ ਕਿਹੜਾ ਸ਼ਬਦ ਸੁਣਾਵਾਂ, ਕਿਹੜਾ ਸ਼ਬਦ ਜਿਹੜਾ ਹੈ ਮੈਨੂੰ ਆਉਂਦਾ ਹੈ। ਫਿਰ ਸਤਿਗੁਰੂ ਜੀ ਬਚਨ ਕਰਦੇ ਨੇ
ਕਿ ਦਿੱਤੂ ਇਹ ਸ਼ਬਦ ਪੜ੍ਹਦਾ ਹੈ, ਜਾਂ ਕਾ ਰਾਮ ਧਨੀ ਤਾਂ ਕੋ ਕਾਹੇ ਕੀ ਕਮੀ। ਇਹ ਸ਼ਬਦ ਜਿਹੜਾ ਇਹ ਪੜ੍ਹਦਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਇਸ ਲੜਕੇ ਦੇ ਉੱਤੇ। ਇਹਨੂੰ ਬਾਅਦ ਦੇ ਵਿੱਚ ਰਾਗੀ ਬਣਾਉਂਦੇ ਨੇ, ਇਹਨੂੰ ਰਾਗ ਦਿੰਦੇ ਨੇ, ਇਹਨੂੰ ਇਹ ਵਿੱਦਿਆ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਦਿੱਤੂ ਜਿਹੜਾ ਹੈ ਬਾਅਦ ਦੇ ਵਿੱਚ, ਮੈਂ ਜਿਹੜੀ ਅਰਜ਼ ਕਰਨੀ ਹੈ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਬਹੁਤ ਸਾਰੇ ਰਾਗੀ ਜਿਹੜੇ ਸਨ ਹੋ ਜਾਂਦੇ ਸਨ। ਦੌਰਿਆਂ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਸਨ ਬਾਹਰੋਂ ਆਮ ਜਿਹੜੇ ਮਰਾਸੀ ਡੂਮ ਇਹ ਸ਼ਬਦ ਪੜ੍ਹਦੇ ਸਨ, ਗਾਉਂਦੇ ਸਨ, ਢਾਡੀ ਸਨ, ਇਹ ਆ ਜਾਂਦੇ ਸਨ। ਇਹਨਾਂ ਦੇ ਆਉਣ ਕਰਕੇ ਕਈ ਵਾਰ ਕੀ ਹੁੰਦਾ ਸੀ ਕਿ ਸਮਾਂ ਨਹੀਂ ਸੀ ਦਿੱਤਾ ਜਾਂਦਾ, ਅਤੇ ਘਰ ਵਾਲੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੂੰ ਅਰਜ਼ ਕਰਦੇ ਸਨ ਕਿ ਪਾਤਸ਼ਾਹ ਵੀ ਉਹ ਲੋਕ ਕਹਿੰਦੇ ਨੇ ਅਸੀਂ ਹਜ਼ੂਰੀ ਰਾਗੀ ਹਾਂ। ਅਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਫਿਰ ਕਿਰਪਾ ਕੀਤੀ, ਆਖਿਆ ਨਹੀਂ, ਹਜ਼ੂਰੀ ਰਾਗੀ ਉਹ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਅਤੇ ਰਹਿਤ ਰੱਖੀ ਹੈ, ਉਹ ਹਜ਼ੂਰੀ ਰਾਗੀ ਨੇ। ਅਤੇ ਇਸ ਕਰਕੇ ਫਿਰ ਇਹ ਗੁਰਦਿੱਤ ਸਿੰਘ ਦਿੱਤੂ ਵੀ ਜਿਹੜਾ ਸੀ ਉਹਨੇ ਅੰਮ੍ਰਿਤ ਛਕਿਆ ਅਤੇ ਫਿਰ ਗੁਰਦਿੱਤ ਸਿੰਘ ਬਣਿਆ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਅਗਲੇ ਪੜਾਵਾਂ ਦੇ ਉੱਤੇ ਚੱਲਦੇ ਨੇ। ਇੱਥੇ ਇੱਕ ਬਚਨ ਹੋਰ ਵੀ ਆਉਂਦਾ ਕਿ ਇੱਕ ਮੋਨੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਆਪ ਦਾ ਭੇਖ ਧਾਰਿਆ ਕੀਤਾ, ਜਿਹੜਾ ਜਪਜੀ ਸਾਹਿਬ ਦੇ ਵਿੱਚ ਅਸੀਂ ਸ਼ੁਰੂ ਦੀ ਪੌੜੀ ਪੜ੍ਹਦੇ ਹਾਂ ਨਾ ਕਿ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਉਹ ਇੱਕ ਤਾਰ ਲਾ ਕੇ ਬੈਠਾ, ਪਰ ਅੰਦਰਲੀ ਚੁੱਪ ਜਿਹੜੀ ਹੈ ਉਹ ਹਜੇ ਸ਼ਾਂਤ ਨਹੀਂ ਹੋਈ, ਅਤੇ ਉਹ ਬੈਠਾ ਹੋਇਆ ਉਹ ਮੋਨੀ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦੇ ਕੋਲ ਚਲੇ ਜਾਂਦੇ ਨੇ। ਕਾਮੜਾ ਸਤਿਗੁਰੂ ਜੀ ਦੇ ਹੱਥ ਦੇ ਵਿੱਚ ਹੈ, ਸਲੋਤਰ ਜਿਹਦਾ ਨਾਮ ਕਾਮੜਾ ਰੱਖਿਆ ਹੋਇਆ। ਸਤਿਗੁਰੂ ਜੀ ਉਹਦੇ ਮੋਢੇ ਦੇ ਉੱਤੇ ਜਾ ਕੇ ਜਿਹੜਾ ਆਪਣਾ ਸਲੋਤਰ ਰੱਖ ਦਿੰਦੇ ਨੇ। ਉਹ ਬੰਦਾ ਹੁਣ ਬੋਲਦਾ ਨਹੀਂ, ਉਹਨੇ ਇਸ ਤਰ੍ਹਾਂ ਦਾ ਲੋਕਾਂ ਦੇ ਸਾਹਮਣੇ ਭੇਖ ਖੰਡ ਬਣਾਇਆ ਹੋਇਆ ਕਿ ਭਾਈ ਮੈਂ ਕਈ ਸਾਲਾਂ ਤੋਂ ਜਿਹੜਾ ਬੋਲਿਆ ਹੀ ਨਹੀਂ, ਸ਼ਬਦ ਹੀ ਨਹੀਂ ਬੋਲਿਆ, ਕੋਈ ਮੂੰਹ 'ਚ ਕੋਈ ਇਸ ਤਰ੍ਹਾਂ ਦਾ ਵਾਕ ਕਿਹਾ ਹੀ ਨਹੀਂ, ਮੈਂ ਸਿਰਫ ਧਿਆਨ ਦੇ ਵਿੱਚ ਹਾਂ। ਅਤੇ ਜਦੋਂ ਸਤਿਗੁਰੂ ਜੀ ਉਹਦੇ ਉੱਤੇ ਜਾ ਕੇ ਕਾਮੜਾ ਰੱਖਦੇ ਨੇ, ਉਹਨੂੰ ਐਂ ਲੱਗਦਾ ਵੀ ਇਹ ਬੰਦਾ ਕੌਣ ਹੈ ਜਿਹੜਾ ਆਣ ਕੇ ਇਹ ਅਵੱਗਿਆ ਕਰਦਾ ਹੈ। ਅਤੇ ਸਤਿਗੁਰੂ ਜੀ ਫਿਰ ਉੱਥੋਂ ਮੋਢੇ ਤੋਂ ਚੁੱਕ ਲੈਂਦੇ, ਦੂਜੇ ਮੋਢੇ 'ਤੇ ਰੱਖ ਦਿੰਦੇ ਨੇ। ਉਹ ਹੌਲੀ ਹੌਲੀ ਕਰਦਿਆਂ ਉਹ ਜਿਹੜਾ ਅਸਲ ਵਿੱਚ ਉਹਦਾ ਅੰਦਰਲਾ ਹੁੰਦਾ ਨਾ, ਜਿਹੜਾ ਉਹਦਾ ਅਸਲੀ ਕਰੈਕਟਰ ਹੁੰਦਾ, ਬਿਹੇਵੀਅਰ ਤੋਂ ਅਤੇ ਉਹਦੇ ਪਰਸਨੈਲਿਟੀ ਤੋਂ ਅਗਲੀ ਜਿਹੜੀ ਚੀਜ਼ ਹੈ ਜਿਸ ਨੂੰ ਅਸੀਂ ਕਰੈਕਟਰ ਕਹਿੰਦੇ ਹਾਂ, ਇਹ ਉਹ ਚੀਜ਼ ਉਹਦੀ ਫਿਰ ਬਾਹਰ ਆਉਣੀ ਸ਼ੁਰੂ ਹੁੰਦੀ। ਜਦੋਂ ਸਤਿਗੁਰੂ ਜੀ ਉਹਦੇ ਸਲੋਤਰ ਰੱਖ ਲੈਂਦੇ ਨੇ, ਉਹ ਫਿਰ ਉਹ ਚੀਜ਼ ਜਿਹੜੀ ਹੈ ਉਹ ਅੰਦਰੋਂ ਫਿਰ ਸਤਿਗੁਰੂ ਜੀ ਦੇ ਉੱਤੇ ਉਹ ਅੱਖਾਂ ਲਾਲ ਕਰ ਲੈਂਦਾ ਵੀ ਇਹ ਕਿਸ ਤਰ੍ਹਾਂ ਮੇਰੇ ਉੱਤੇ ਸਲੋਤਰ ਰੱਖ ਕੇ ਬੈਠੇ ਨੇ। ਸਤਿਗੁਰੂ ਜੀ ਫਿਰ ਚੁੱਕ ਲੈਂਦੇ ਨੇ, ਫਿਰ ਥੋੜ੍ਹੇ ਟਾਈਮ ਬਾਅਦ ਫਿਰ ਉਹਨੂੰ ਸਲੋਤਰ ਨਾਲ ਛੇੜਦੇ ਨੇ। ਜਦੋਂ ਸਤਿਗੁਰੂ ਜੀ ਤੀਜੀ ਚੌਥੀ ਵਾਰ ਉਹਨੂੰ ਛੇੜਦੇ ਨੇ, ਅਤੇ ਉਹ ਫਿਰ ਸੂਰਜ ਵੱਲ ਨੂੰ ਮੂੰਹ ਕਰਕੇ ਜਿਸ ਤਰ੍ਹਾਂ ਅਰਦਾਸ ਕਰੀਦੀ ਹੈ ਐਵੇਂ ਖਲੋ ਜਾਂਦਾ ਅਤੇ ਬੋਲਦਾ, ਮੈਂ ਤੇਰੀ ਆ ਸੰਗਤ ਜਿਹੜੀ ਸਾਰੀ ਲੂਹ ਦੇਣੀ ਹੈ। ਬੋਲਦਾ ਜਿਹੜਾ ਬੰਦਾ ਕਦੀ ਬੋਲ ਨਹੀਂ ਸੀ ਰਿਹਾ ਲੋਕਾਂ ਦੇ ਸਾਹਮਣੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦਾ ਪਖੰਡ ਜਿਹੜਾ ਉਜਾਗਰ ਕਰਦੇ ਨੇ ਵੀ ਇਹ ਭਾਈ ਇਹਦੇ ਅੰਦਰ ਤੇ ਆ ਅਗਨੀ ਚੱਲਦੀ ਪਈ ਹੈ। ਉਹ ਸੂਰਜ ਵੱਲ ਨੂੰ ਮੂੰਹ ਕਰਕੇ ਜਿਵੇਂ ਅਰਦਾਸ ਕਰੀਦੀ ਆ, ਆਂਦਾ ਮੈਂ ਤੇਰੀ ਆ ਸੰਗਤ ਸਾਰੀ ਲੂਹ ਦੇਣੀ ਹੈ, ਜਲਾ ਦੇਣੀ ਹੈ। ਲੂਹ ਦੇਣੀ ਦਾ ਮਤਲਬ ਜਲਾ ਦੇਣੀ, ਮੈਂ ਤੇਰੀ ਸੰਗਤ ਸਾਰੀ ਜਲਾ ਦੇਣੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਸੇ ਵਾਂਗੂ ਹੀ ਉਹਨੂੰ ਸਮਝਾਉਣ ਵਾਸਤੇ ਉਸੇ ਵਾਂਗੂ ਹੀ ਸੂਰਜ ਵੱਲ ਨੂੰ ਮੂੰਹ ਕਰਕੇ ਕਹਿੰਦੇ ਫਿਰ ਅਸੀਂ ਵੀ ਪੁੱਛ ਲੈਂਦੇ ਹਾਂ ਇਹ ਕੀ ਆਂਦਾ। ਸੂਰਜ ਵੱਲ ਨੂੰ ਮੂੰਹ ਕਰਕੇ ਅਤੇ ਫਿਰ ਉਹਨੂੰ ਕਹਿੰਦੇ ਨੇ ਇਹ ਤਾਂ ਕਹਿੰਦਾ ਇਹ ਕੁੱਤਾ ਐਵੇਂ ਭੌਂਕਦਾ, ਇਹ ਤੋਂ ਹੋਣਾ ਕੁਛ ਨਹੀਂ। ਭਾਵ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਜਿਹੜਾ ਕੁੱਤਾ ਬੈਠਾ ਹੈ ਉਹਨੂੰ ਤੂੰ ਚੁੱਪ ਨਹੀਂ ਕਰਾ ਸਕਿਆ, ਅਤੇ ਬਾਹਰੋਂ ਤੂੰ ਆਨਾ ਮੈਂ ਬੋਲਦਾ ਹੀ ਨਹੀਂ, ਅੰਦਰ ਤੇਰੇ ਸਾਰਾ ਕੁਛ ਚੱਲਦਾ ਪਿਆ। ਸਤਿਗੁਰੂ ਜੀ ਉਹਦਾ ਪਖੰਡ ਜਿਹੜਾ ਉਜਾਗਰ ਕਰਕੇ ਫਿਰ ਸਾਥੀਆਂ ਦੇ ਨਾਲ ਇੱਥੇ ਬਹੁਤ ਸਾਰੇ ਛੋਟੇ ਛੋਟੇ ਕੌਤਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ। ਇੱਕ ਦਿਨ ਭੱਜ ਕੇ ਸਾਥੀਆਂ ਤੋਂ ਅੱਗੇ ਜਾ ਲੁਕਦੇ ਨੇ। ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਜਾ ਕੇ ਬੈਠ ਜਾਂਦੇ ਨੇ ਤਾਂ ਸਿੱਖ ਪਿੱਛੋਂ ਲੱਭਦੇ ਆਉਂਦੇ ਨੇ ਕਿ ਕਿੱਥੇ ਗਏ ਕਿੱਥੇ ਗਏ। ਜਦੋਂ ਆਣ ਕੇ ਲੱਭ ਲੈਂਦੇ ਨੇ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਰੇ ਆਣ ਕੇ ਵੀ ਕਹਿੰਦੇ ਹਾਂਜੀ ਅਸੀਂ ਲੱਭ ਲਿਆ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਕਿਸੇ ਦਿਨ ਦੂਰ ਜਾਏ ਬੈਠਾਂਗਾ, ਫਿਰ ਤੁਹਾਡੇ ਤੋਂ ਲੱਭਿਆ ਨਹੀਂ ਜਾਏਗਾ। ਸੁੱਧ ਸਿੰਘ ਆਂਦਾ ਜੀ ਫਿਰ ਮੇਰਾ ਕੀ ਬਣੇਗਾ। ਸੁੱਧ ਸਿੰਘ ਇੱਥੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਮੇਰਾ ਕੀ ਬਣੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੁੱਧ ਸਿੰਘ ਵੱਲ ਵੇਖ ਕੇ ਕਹਿੰਦੇ ਨੇ ਸੁੱਧ ਸਿਆਂ ਮੈਂ ਤੈਨੂੰ ਜਾਣਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਸਿਰਫ ਇੰਨਾ ਹੀ ਬਚਨ ਹੈ ਇੱਥੇ ਜਿਹੜਾ ਭਾਈ ਸੰਤੋਖ ਸਿੰਘ ਨੇ ਲਿਖਿਆ, ਸੁੱਧ ਸਿਆਂ ਮੈਂ ਤੈਨੂੰ ਜਾਣਦਾ। ਆਉਣ ਵਾਲਾ ਸਮਾਂ ਕੀ ਸੀ
ਉਹਦੇ ਬਾਰੇ ਸੱਚੇ ਪਾਤਸ਼ਾਹ ਅੱਗੇ ਕੋਈ ਬਚਨ ਨਹੀਂ ਕਰਦੇ, ਸਿਰਫ ਇੰਨਾ ਬਚਨ ਕਰਦੇ, ਸੁਧ ਸਿਆਂ ਮੈਂ ਤੈਨੂੰ ਜਾਣਦਾ। ਇਹੀ ਸੁਧ ਸਿੰਘ ਸੀ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਰਦੇਸ ਚਲੇ ਜਾਂਦੇ ਨੇ, ਪਿੱਛੋਂ ਇਹ ਆਪ ਆਪਣੀ ਗੱਦੀ ਲਾ ਕੇ ਬੈਠ ਜਾਂਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦੇ ਵੱਲ ਇਸ਼ਾਰਾ ਕਰਦੇ, ਸੁਧ ਸਿਆਂ ਮੈਂ ਤੈਨੂੰ ਜਾਣਦਾ। ਇੰਨਾ ਕੁ ਬਚਨ ਜਿਹੜਾ ਹੈ ਇੱਥੇ ਉਹ ਹੁੰਦਾ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਨਿਰਮਲਿਆਂ ਦਾ ਟੋਲਾ ਮਿਲਦਾ, ਉਹਨਾਂ ਕੋਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੂੰ ਜਿਹੜੀ ਉਹਨਾਂ ਦੇ ਕੋਲ ਬੀੜ ਹੈ, ਸਤਿਗੁਰੂ ਜੀ ਆਪ ਆਪਣੇ ਹੱਥਾਂ ਦੇ ਨਾਲ ਥਾਂ ਸਾਫ਼ ਕਰਕੇ ਉੱਚਾ ਜਿਹੜਾ ਹੈ ਥੜਾ ਬਣਾ ਕੇ ਉਹਦੇ ਉੱਤੇ ਆਸਣ ਰੱਖ ਕੇ, ਉਹਦੇ ਉੱਤੇ ਪੀੜਾ ਰੱਖ ਕੇ, ਉਹਦੇ 'ਤੇ ਬੀੜ ਰੱਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਕਾਸ਼ ਕਰਨ ਦਾ ਢੰਗ, ਉਹਨੂੰ ਸੰਤੋਖਣ ਦਾ ਢੰਗ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ, ਇਹ ਸਾਰਾ ਕੁਝ ਦੱਸ ਕੇ ਕਹਿੰਦੇ ਭਾਈ ਇਵੇਂ ਸਤਿਕਾਰ ਕਰੋ, ਆਹ ਢੰਗ ਹੈ ਸਤਿਕਾਰ ਕਰਨ ਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪੜਾਅ ਦਰ ਪੜਾਅ ਜਿਹੜਾ ਹੈ ਸਹਾਰਨਪੁਰ ਜਾਂਦੇ ਨੇ। ਉੱਥੇ ਸਤਿਗੁਰੂ ਜੀ ਇੱਕ ਮਸੀਤ 'ਤੇ ਚੜ੍ਹ ਕੇ ਉੱਚੀ ਸਾਰੀ ਭਜਨ ਚੌਖਰਾ ਬੋਲ ਕੇ ਤੇ ਕਹਿੰਦੇ ਨੇ ਕਿ ਹਟਿਓ ਜਪਿਓ ਸ਼ਹੀਦੋ ਮਰੀਦੋ, ਇਹ ਸਾਰੇ ਨਾਮ ਲੈ ਕੇ ਆਂਦੇ ਨੇ। ਸਭ ਨੂੰ ਭਜਨ ਜਿਹੜਾ ਦਿੱਤਾ, ਸਭ ਨੂੰ ਜਿੰਨੇ ਵੀ ਹੈਗੇ ਨੇ ਸ਼ਹੀਦ ਮੁਰੀਦ ਹਟੀ ਤਪੀ ਜਪੀ ਤਪੀ, ਸਾਰਿਆਂ ਦਾ ਨਾਮ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਨੂੰ ਭਜਨ ਦਿੱਤਾ। ਤੇ ਉਸ ਤੋਂ ਬਾਅਦ ਗੰਗਾ ਦੇ ਕੰਢੇ 'ਤੇ ਪਹੁੰਚਦੇ ਨੇ। ਇੱਥੇ ਵੀ ਅਨੇਕਾਂ ਕੌਤਕ ਸਤਿਗੁਰੂ ਜੀ ਛੋਟੇ ਛੋਟੇ ਕਰਦੇ ਨੇ, ਜਿਹਦੇ ਵਿੱਚ ਸਿੱਖਾਂ ਨੂੰ ਇੱਕ ਸਿੱਖਿਆ ਹੈ, ਜਿੱਥੇ ਉਹਨਾਂ ਦੇ ਜੀਵਨ ਜਿਹੜਾ ਹੈ ਉਹ ਸੁਧਾਰਨਾ ਚਾਹੁੰਦੇ ਨੇ, ਇਖਲਾਕੀ ਤੌਰ 'ਤੇ ਨੈਤਿਕਤਾ ਪੱਖ ਜਿਹੜਾ ਹੈ ਸਿੱਖਾਂ ਦਾ ਚੰਗਾ ਕਰਨਾ ਚਾਹੁੰਦੇ ਨੇ। ਜਿਨ੍ਹਾਂ ਨੇ ਪਖੰਡ ਰਚੇ ਹੋਏ ਨੇ ਉਹਨਾਂ ਦੇ ਪਖੰਡ ਭੰਨਣਾ ਚਾਹੁੰਦੇ ਨੇ। ਦੂਸਰੇ ਪਾਸੇ ਸਤਿਗੁਰੂ ਜੀ ਉਹ ਧਾਰਮਿਕ ਲੋਕ ਜਿਹੜੇ ਆਪਣੇ ਅਕੀਦੇ ਤੋਂ ਭੜਕ ਚੁੱਕੇ ਨੇ, ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਰਹੇ ਨੇ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਭਾਂਡਾ ਜਿਹੜਾ ਇੱਥੇ ਫੋੜਦੇ ਨੇ। ਇੱਥੇ ਕੁਛ ਦਿਨ ਗੰਗਾ ਦੇ ਕੰਢੇ ਦੇ ਉੱਤੇ ਰਹਿੰਦੇ ਨੇ। ਬਹੁਤ ਸਾਰੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਇੰਨੀਆਂ ਕੁ ਅਰਜ਼ਾ ਕਰਦਾ ਹੋਇਆ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।